नमस्कार। दूरदर्शन खबरां 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਜਤਿੰਦਰ ਸਿੰਘ। ਪਹਿਲਾਂ ਪੇਸ਼ ਨੇ ਝੋਣਵੀਆਂ ਖਬਰਾਂ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 724 ਹੋਈ, ਜਿਨ੍ਹਾਂ ਵਿੱਚੋਂ 66 ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲਾਂ ਵਿੱਚੋਂ ਛੁੱਟੀ ਦਿੱਤੀ ਗਈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 17 ਤੱਕ ਪੁੱਜੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸੂਬਾ ਸਰਕਾਰਾਂ ਨੂੰ ਦੇਸ਼ ਵਿਆਪੀ ਲਾਕਡਾਊਨ ਦੌਰਾਨ ਸੂਬਿਆਂ ਤੋਂ ਪ੍ਰਵਾਸੀ ਖੇਤੀ ਮਜ਼ਦੂਰਾਂ, ਸਨਅਤੀ ਕਿਰਤੀਆਂ ਤੇ ਗੈਰ ਸੰਗਠਿਤ ਮੁਲਾਜ਼ਮਾਂ ਨੂੰ ਆਪਣੇ ਘਰਾਂ ਨੂੰ ਪਰਤਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਜਲੰਧਰ ਜ਼ਿਲ੍ਹੇ ਵਿੱਚ ਫਿਲੌਰ ਇਲਾਕੇ ਵਿੱਚ ਇੱਕ ਹੋਰ ਮਰੀਜ਼ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇੱਕ ਹੋਰ ਮਰੀਜ਼ ਪਾਏ ਜਾਣ ਤੋਂ ਬਾਅਦ ਜ਼ਿਲ੍ਹੇ ਵਿੱਚ ਇਸ ਰੋਗ ਨਾਲ ਪ੍ਰਭਾਵਿਤ ਪੀੜਤਾਂ ਦੀ ਗਿਣਤੀ 6 ਹੋਈ। ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਕੋਈ 480 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਜ਼ੇਰੇ ਇਲਾਜ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ ਦੀ ਤਾਜ਼ਾ ਰਿਪੋਰਟ ਨੈਗੇਟਿਵ ਆਈ। ਓਮ ਪ੍ਰਕਾਸ਼ ਸੋਨੀ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਡਾਕਟਰਾਂ ਦੀਆਂ ਸੇਵਾਵਾਂ ਦੀ ਕੀਤੀ ਪ੍ਰਸ਼ੰਸਾ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਅਨੁਸਾਰ ਲੋਕਾਂ ਦੀ ਜ਼ੋਰਦਾਰ ਮੰਗ ਤੇ ਲਾਕਡਾਊਨ ਦੌਰਾਨ ਭਲਕ ਤੋਂ ਰਮਾਇਣ ਸੀਰੀਅਲ ਦਾ ਡੀਡੀ ਨੈਸ਼ਨਲ ਤੇ ਪ੍ਰਸਾਰਣ ਸ਼ੁਰੂ ਕੀਤਾ ਜਾਵੇਗਾ। ਪਾਕਿਸਤਾਨ ਵੱਲੋਂ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ ਗਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ 724 ਵਿਅਕਤੀ ਪ੍ਰਭਾਵਿਤ ਹੋਏ ਨੇ। ਇਸ ਮਹਾਮਾਰੀ ਕਾਰਨ ਮ੍ਰਿਤਕਾਂ ਦੀ ਗਿਣਤੀ 17 ਤੱਕ ਪਹੁੰਚ ਗਈ ਹੈ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ 66 ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲਾਂ ਵਿੱਚੋਂ ਛੁੱਟੀ ਦੇ ਦਿੱਤੀ ਗਈ। ਦੇਸ਼ ਭਰ ਵਿੱਚ ਕੋਈ 132 ਜ਼ਿਲ੍ਹੇ ਕੋਰੋਨਾ ਵਾਇਰਸ ਬਿਮਾਰੀ ਨਾਲ ਪ੍ਰਭਾਵਿਤ ਨੇ। ਮਹਾਰਾਸ਼ਟਰ ਤੇ ਕੇਰਲ ਸੂਬੇ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੱਸੇ ਜਾ ਰਹੇ ਨੇ। ਇੱਧਰ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਕੋਈ 35 ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਬਿਮਾਰੀ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਲੰਧਰ ਵਿੱਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ 5 ਮਾਮਲੇ ਹੁਣ ਤੱਕ ਰਿਪੋਰਟ ਹੋਏ ਨੇ। ਮੋਹਾਲੀ ਵਿੱਚ ਕੋਰੋਨਾ ਵਾਇਰਸ ਦਾ ਅੱਜ ਇੱਕ ਨਵਾਂ ਮਾਮਲਾ ਸਾਹਮਣੇ ਆਇਆ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤੱਕ ਇਸ ਬਿਮਾਰੀ ਦੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਹੀ ਸੂਬਿਆਂ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ 21 ਦਿਨਾਂ ਦੇ ਦੇਸ਼ ਵਿਆਪੀ ਲਾਕਡਾਊਨ ਦੌਰਾਨ ਵੱਡੀ ਗਿਣਤੀ ਵਿੱਚ ਆਪਣੇ ਸੂਬਿਆਂ ਤੋਂ ਪ੍ਰਵਾਸੀ ਖੇਤੀ ਮਜ਼ਦੂਰਾਂ, ਸਨਅਤੀ ਕਿਰਤੀਆਂ ਅਤੇ ਗੈਰ ਸੰਗਠਿਤ ਖੇਤਰ ਦੇ ਮੁਲਾਜ਼ਮਾਂ ਨੂੰ ਆਪਣੀਆਂ ਕੰਮ ਵਾਲੀਆਂ ਥਾਵਾਂ ਤੋਂ ਆਪਣੇ ਘਰਾਂ ਨੂੰ ਪਰਤਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ। ਮੰਤਰਾਲਾ ਵੱਲੋਂ ਸਾਰੇ ਹੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਗਈ ਇੱਕ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਉਹ ਹੋਟਲਾਂ, ਕੰਮਕਾਜੀ ਮਹਿਲਾਵਾਂ ਦੇ ਹੋਸਟਲਾਂ ਨੂੰ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ, ਤਾਂ ਜੋ ਇਹ ਲੋਕ ਆਪਣੀਆਂ ਥਾਵਾਂ ਤੇ ਹੀ ਰਹਿ ਸਕਣ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਮਿਲ ਸਕੇ। ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਣ। ਐਡਵਾਈਜ਼ਰੀ ਵਿੱਚ ਜਨਤਕ ਵੰਡ ਪ੍ਰਣਾਲੀ ਰਾਹੀਂ ਮੁਫਤ ਅਨਾਜ ਅਤੇ ਜ਼ਰੂਰੀ ਵਸਤਾਂ ਦੀ ਉਪਲਬਧਤਾ ਬਾਰੇ ਵੀ ਪ੍ਰਵਾਸੀਆਂ ਅਤੇ ਹੋਰਨਾਂ ਨਾਗਰਿਕਾਂ ਨੂੰ ਜਾਣਕਾਰੀ ਦੇਣ ਦੀ ਗੱਲ ਆਖੀ ਗਈ ਹੈ। ਬੁਲਾਰੇ ਨੇ ਕਿਹਾ ਕਿ ਇਸ ਨਾਲ ਅਜਿਹੇ ਲੋਕਾਂ ਦੀ ਆਪਣੀਆਂ ਕੰਮ ਵਾਲੀਆਂ ਥਾਵਾਂ ਤੋਂ ਆਪਣੇ ਘਰਾਂ ਵੱਲ ਨਿਕਾਸੀ ਰੋਕਣ ਵਿੱਚ ਮਦਦ ਮਿਲੇਗੀ। ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਖੌਫ ਲਗਾਤਾਰ ਬਰਕਰਾਰ ਹੈ। ਕੱਲ੍ਹ ਜਲੰਧਰ ਸ਼ਹਿਰ ਦੇ ਬਸਤੀ 9 ਖੇਤਰ ਵਿੱਚ ਇੱਕ 72 ਸਾਲਾ ਮਹਿਲਾ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਤੇ ਅੱਜ ਫਿਲੌਰ ਤੋਂ ਇੱਕ ਹੋਰ ਵਿਅਕਤੀ ਦੀ ਟੈਸਟ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਮਾਮਲੇ ਤੋਂ ਬਾਅਦ ਸਿਰਫ ਫਿਲੌਰ ਖੇਤਰ ਵਿੱਚ ਹੀ ਕੋਰੋਨਾ ਵਾਇਰਸ ਦੇ 4 ਮਰੀਜ਼ ਹੋ ਗਏ ਨੇ, ਜਦਕਿ ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ। ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨੇ ਦੱਸਿਆ ਹੈ ਕਿ ਅੱਜ ਪੋਜ਼ਿਟਿਵ ਆਇਆ ਵਿਅਕਤੀ ਇੱਥੋਂ ਦੇ ਪਹਿਲਾਂ ਕੋਰੋਨਾ ਪੋਜ਼ਿਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਸੀ ਤੇ ਅੱਜ ਉਸ ਦੀ ਰਿਪੋਰਟ ਵੀ ਪੋਜ਼ਿਟਿਵ ਆ ਗਈ। ਜਲੰਧਰ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਨੋਡਲ ਅਫਸਰ ਡਾਕਟਰ TP ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਜਲੰਧਰ ਦੇ ਜਿਸ ਇਲਾਕੇ ਵਿੱਚ ਕੱਲ੍ਹ ਇੱਕ ਬਜ਼ੁਰਗ ਮਹਿਲਾ ਦੀ ਕੋਰੋਨਾ ਪੋਜ਼ਿਟਿਵ ਰਿਪੋਰਟ ਆਈ ਸੀ, ਉਸ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਹ ਮਹਿਲਾ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਦਕਿ ਇਸ ਦੇ ਪਰਿਵਾਰ ਦੇ 3 ਹੋਰ ਮੈਂਬਰਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਈਸੋਲੇਸ਼ਨ ਕੇਂਦਰ ਵਿੱਚ ਦਾਖਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇਸ ਮਹਿਲਾ ਦਾ ਪੁੱਤਰ, ਉਸ ਦੀ ਨੂੰਹ ਅਤੇ ਪੋਤੀ ਸ਼ਾਮਲ ਨੇ। ਇਹਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਨੇ। ਸਾਡੇ ਕੋਲ ਜਿਹੜੇ ਪਹਿਲਾਂ 3 ਕੇਸ ਫਿਲੌਰ ਤੋਂ ਪੋਜ਼ਿਟਿਵ ਹੋਏ ਸੀ, ਇਹ ਉਹਨਾਂ ਦੇ ਕੰਟੈਕਟ ਅਸੀਂ ਐਡਮਿਟ ਕੀਤੇ ਸੀ ਤੇ ਸਾਡੇ ਕੋਲ ਸੈਂਪਲ ਉਹਨਾਂ ਦੇ ਲੈ ਕੇ ਭੇਜੇ ਗਏ ਸੀ 3 ਦਿਨ ਪਹਿਲਾਂ। ਉਹਦੀ ਰਿਪੋਰਟ ਆਈ ਹੈ, ਉਹਨਾਂ 'ਚੋਂ ਇੱਕ ਜਿਹੜਾ ਉਹ ਪੋਜ਼ਿਟਿਵ ਆਇਆ ਤੇ ਮਰੀਜ਼ ਜਿਹੜਾ ਉਹ ਸਾਡੇ ਕੋਲ ਦਾਖਲ ਹੈ।
ਤੇ ਟੋਟਲ ਜੇ ਗੱਲ ਕਰੀਏ ਹੁਣ ਜਲੰਧਰ ਦੇ ਡਿਸਟ੍ਰਿਕਟ ਜਲੰਧਰ ਚ ਕਿੰਨੇ ਕੇਸ ਪੋਜ਼ਿਟਿਵ ਹੈਗੇ ਇਸ ਵੇਲੇ? 4 ਤੇ ਸਾਡੇ ਜਿਹੜਾ ਇੱਥੋਂ ਸੈਂਪਲ ਗਏ ਪੋਜ਼ਿਟਿਵ ਆਇਆ, ਇੱਕ ਕੇਸ ਲੁਧਿਆਣੇ ਤੋਂ ਰਿਪੋਰਟ ਆਇਆ, ਜਿਹੜਾ ਟੋਟਲ 5 ਕੇਸ ਜਲੰਧਰ ਜ਼ਿਲ੍ਹੇ ਦੇ ਪੋਜ਼ਿਟਿਵ। ਜੇ ਨਿਯਾਤਮ ਨਗਰ ਦੀ ਗੱਲ ਕਰੀਏ, ਉੱਥੇ ਦੇ ਕਿੰਨੇ ਬੰਦੇ ਤੁਸੀਂ ਜਿਹੜੇ ਏਰੀਆ ਸੀਜ਼ ਕੀਤਾ ਸੀ ਉਸ ਤੋਂ ਬਾਅਦ ਕਿੰਨੇ ਬੰਦਿਆਂ ਦੇ ਲਏ ਹੈਗੇ ਸੈਂਪਲ? ਉੱਥੋਂ ਅਸੀਂ ਕੱਲ 15 ਕੰਟੈਕਟ ਲਏ ਸੀ ਜਿਨ੍ਹਾਂ ਨੂੰ ਐਗਜ਼ਾਮਿਨ ਕੀਤਾ। ਉਹਨਾਂ ਚੋਂ ਕੁਝ ਅਸੀਂ ਇੱਥੇ ਦਾਖਲ ਕੀਤੇ। ਤੇ ਕਦੋਂ ਤੱਕ ਰਿਪੋਰਟ ਆ ਜਾਏਗੀ ਉਹਨਾਂ ਦੀ? ਮਿਨੀਮਮ 2 ਜਾਂ 3 ਦਿਨ ਤੇ ਲੱਗਦੇ ਹੀ ਇਹਨਾਂ ਰਿਪੋਰਟ ਆਉਣ ਨੂੰ। ਮੋਹਾਲੀ ਜ਼ਿਲ੍ਹੇ ਵਿੱਚ ਇੱਕ ਹੋਰ ਮਹਿਲਾ ਦੇ ਕੋਵਿਡ-19 ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਸ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 6 ਹੋ ਗਈ ਹੈ। ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨੇ ਦੱਸਿਆ ਹੈ ਕਿ ਇਸ ਮਹਿਲਾ ਦਾ ਪਤੀ ਪਹਿਲਾਂ ਹੀ ਕੋਰੋਨਾ ਵਾਇਰਸ ਲਈ ਪੋਜ਼ਿਟਿਵ ਪਾਇਆ ਗਿਆ ਸੀ, ਜਿਸ ਦਾ ਚੰਡੀਗੜ੍ਹ ਦੇ 16 ਸੈਕਟਰ ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਪਤੀ ਦੇ ਪੋਜ਼ਿਟਿਵ ਐਲਾਨੇ ਜਾਣ ਤੋਂ ਬਾਅਦ ਇਸ ਮਹਿਲਾ ਨੂੰ ਕੁਆਰੰਟੀਨ ਕੀਤਾ ਗਿਆ ਸੀ ਤੇ ਹੁਣ ਇਸ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਬਨੂੜ ਦੇ ਗਿਆਨ ਸਾਗਰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਮੋਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਹੈ ਕਿ ਇਸ ਮਹਿਲਾ ਦੀ ਹਾਲਤ ਤਸੱਲੀਬਖਸ਼ ਹੈ ਅਤੇ ਸਹੀ ਤਰੀਕੇ ਨਾਲ ਇਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਪੋਜ਼ਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਕੋਈ 480 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਧਰ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਣ ਦੇ ਮੰਤਵ ਨਾਲ ਚੋਣਵੀਆਂ ਗੱਡੀਆਂ ਦੀ ਆਵਾਜਾਈ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਉਹਨਾਂ ਕਿਹਾ ਕਿ ਬਜ਼ੁਰਗ ਨਾਗਰਿਕ ਆਪਣੀ ਲੋੜ ਮੁਤਾਬਕ ਪ੍ਰਸ਼ਾਸਨ ਵੱਲੋਂ ਜਾਰੀ ਟੈਲੀਫੋਨ ਨੰਬਰਾਂ ਤੇ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੰਗਵਾ ਸਕਦੇ ਨੇ। ਉਹਨਾਂ ਕਿਹਾ ਕਿ ਘਰੋਂ ਘਰੀ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਸ਼ੁਰੂ ਕੀਤੇ ਗਏ ਕੰਮ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਜ਼ਿਲ੍ਹੇ ਵਿੱਚ 200 ਤੋਂ ਵੱਧ ਥਾਵਾਂ ਤੇ ਵੱਖ-ਵੱਖ ਸਟੋਰਾਂ ਰਾਹੀਂ ਸਪਲਾਈ ਯਕੀਨੀ ਬਣਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਏਟੀਐਮ ਦੀਆਂ ਕੈਸ਼ ਵੈਨਾਂ, ਰਸੋਈ ਗੈਸ ਸਪਲਾਈ ਕਰਨ ਵਾਲੀਆਂ ਗੱਡੀਆਂ, ਤੇਲ ਦੇ ਟੈਂਕਰਾਂ, ਦੁੱਧ, ਸਬਜ਼ੀਆਂ, ਫਲਾਂ, ਦਵਾਈਆਂ ਤੇ ਖਾਣ ਪੀਣ ਵਾਲੀਆਂ ਹੋਰ ਚੀਜ਼ਾਂ ਦੀ ਸਪਲਾਈ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਆਉਣ ਦੀ ਲੋੜ ਨਾ ਪਵੇ ਅਤੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਾਡੇ ਜ਼ਿਲ੍ਹੇ 'ਚ ਇਸ ਵੇਲੇ 5 ਕੇਸ ਸੀਗੇ ਕੱਲ ਤੱਕ। ਅੱਜ ਇੱਕ ਕੇਸ ਹੋਰ ਪੋਜ਼ਿਟਿਵ ਆਇਆ ਹੈ, तो टोटल 6 केस हो गए हैं। एक ਜਿਹੜਾ ਕੇਸ ਹੈ ਉਹ ਉਸੇ ਦਾ ਕੰਟੈਕਟ ਸੀ ਜਿਹੜਾ ਪਿਛਲਾ ਪੋਜ਼ਿਟਿਵ ਕੇਸ ਹੈ, ਆਲਰੇਡੀ ਕੁਆਰੰਟਾਈਨ 'ਚ ਹੈ, ਉਹਨੂੰ ਆਈਸੋਲੇਸ਼ਨ 'ਚ ਸ਼ਿਫਟ ਕੀਤਾ ਹੋਇਆ। ਸਾਡੇ ਜ਼ਿਲ੍ਹੇ 'ਚ ਹੋਰ ਅਰਾਊਂਡ 480 ਦੇ ਲੋਕ ਕੁਆਰੰਟਾਈਨ ਹੋਮ ਕੁਆਰੰਟਾਈਨ 'ਚ ਹੈਗੇ। ਦੇ ਆਰ ਬੀਇੰਗ ਮੋਨੀਟਰਡ। ਜਿੱਥੇ ਇੱਕ ਪਾਸੇ ਦੇਸ਼ ਅਤੇ ਵਿਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਕਰਕੇ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ, ਉੱਥੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ ਦੀ ਤਾਜ਼ਾ ਰਿਪੋਰਟ ਵਿੱਚ ਉਸ ਨੂੰ ਕੋਰੋਨਾ ਵਾਇਰਸ ਤੋਂ ਨੈਗੇਟਿਵ ਐਲਾਨਿਆ ਗਿਆ ਹੈ। ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਅੰਮ੍ਰਿਤਸਰ ਦੇ ਇਸ ਹਸਪਤਾਲ ਵਿੱਚ 20 ਦਿਨ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣ ਵਾਲਾ ਹੁਸ਼ਿਆਰਪੁਰ ਦਾ ਸੁਰਜੀਤ ਸਿੰਘ ਨਾਮੀ ਇਹ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਹੁਣ ਤੱਕ 123 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 9 ਪੋਜ਼ਿਟਿਵ ਆਏ ਸਨ। 3 ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ ਮੈਂ ਪਹਿਲਾਂ ਤੁਹਾਨੂੰ ਦੱਸ ਰਿਹਾ, ਸਾਡੇ ਗੁਰੂ ਨਾਨਕ ਹਸਪੀਟਲ ਦੀ ਜਿਹੜੀ ਪੋਜੀਸ਼ਨ ਆ ਉਹਦੇ 'ਚ ਅੱਜ ਤੱਕ 123 ਸੈਂਪਲ ਜਿਹੜੇ ਸੀਗੇ ਉਹ ਭੇਜੇ ਗਏ ਸੀਗੇ। ਉਹਦੇ 'ਚੋਂ 9 ਜਿਹੜੇ ਸੀ ਉਹ ਪੋਜ਼ਿਟਿਵ ਆਏ ਸੀਗੇ। 9 'ਚੋਂ 5 ਜਿਹੜੇ ਅਸੀਂ ਇੱਥੇ ਐਡਮਿਟ ਕੀਤੇ ਸੀ ਅੰਮ੍ਰਿਤਸਰ 'ਚ। 5 ਚੋਂ 3 ਜਿਹੜੇ ਨੇ 5 ਪੇਸ਼ੈਂਟ ਜਿਹੜੇ ਪੋਜ਼ਿਟਿਵ ਇੱਥੇ ਐਡਮਿਟ ਕੀਤੇ ਸੀਗੇ, ਉਹਦੇ 'ਚੋਂ 3 ਜਿਹੜੇ ਨੇ ਅਸੀਂ ਭੇਜਦੇ ਘਰਾਂ 'ਚ ਸਾਡੇ ਡਾਕਟਰ ਸਾਹਿਬਾਨ ਨੇ, ਕਿਉਂਕਿ ਸਾਡੇ ਬੜੇ ਇੰਟੈਲੀਜੈਂਟ ਡਾਕਟਰ ਨੇ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੇ ਚੱਲਦਿਆਂ ਕੇਂਦਰ ਵੱਲੋਂ ਖਾਸ ਕਰਕੇ ਗਰੀਬ ਜਨਤਾ ਲਈ ਕਈ ਤਰ੍ਹਾਂ ਦੀਆਂ ਸਕੀਮਾਂ, ਰਿਆਇਤਾਂ ਤੇ ਹੋਰ ਛੋਟਾਂ ਦੇ ਐਲਾਨ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਵੀ ਸੂਬੇ ਵਿੱਚ ਲੱਗੇ ਕਰਫਿਊ ਦੇ ਮੱਦੇਨਜ਼ਰ ਜ਼ਰੂਰਤਮੰਦ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਰੂਪਨਗਰ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ ਹੁਣ ਨੀਲਾ ਕਾਰਡ ਧਾਰਕਾਂ ਨੂੰ ਪਹਿਲਾਂ ਮਿਲਦੇ ਪ੍ਰਤੀ ਵਿਅਕਤੀ 5 ਕਿਲੋ ਕਣਕ ਦੀ ਥਾਂ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਚੀਨੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰਾਸ਼ਨ ਇਸ ਵਰਗ ਦੇ ਲੋਕਾਂ ਨੂੰ 1 ਅਪ੍ਰੈਲ ਤੋਂ 3 ਮਹੀਨਿਆਂ ਦਾ ਇਕੱਠਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸੂਬੇ ਦੇ ਹੋਰ ਗਰੀਬ ਅਤੇ ਜ਼ਰੂਰਤਮੰਦ ਲੋਕ ਜਿਨ੍ਹਾਂ ਦੀ ਕਮਾਈ ਬੰਦ ਹੋ ਚੁੱਕੀ ਹੈ, ਉਹਨਾਂ ਨੂੰ ਵੀ ਇਹ ਸਹੂਲਤ ਦਿੱਤੀ ਜਾਵੇਗੀ।
ਤਰੀਕ ਤੋਂ ਅਸੀਂ 3 ਮਹੀਨੇ ਦੀ ਇਕੱਠੀ ਕਿਸ਼ਤ ਦੇ ਰਹੇ ਹਾਂ ਡਬਲ। ਮਤਲਬ ਇਹ ਹੈ ਕਿ ਪਹਿਲਾਂ ਨੀਲਾ ਕਾਰਡ ਵਾਲੇ ਨੂੰ 5 ਕਿਲੋ ਕਣਕ ਦਿੱਤੀ ਜਾਂਦੀ ਸੀ ਪਰ ਪਰਸਨ ਮਹੀਨੇ ਦੀ, ਹੁਣ ਅਸੀਂ ਡਬਲ ਕਰਤੀ ਹੈ। ਮੁੱਖ ਮੰਤਰੀ ਜੀ ਨੇ 10 ਕਿਲੋ ਕਣਕ ਇੱਕ ਬੰਦੇ ਨੂੰ ਪਿਸਾ ਕੇ ਜਾਂ ਚੌਲ ਜਿਹੜਾ ਕੁਛ ਉਹ ਚਾਹੁੰਦਾ ਹੈ ਉਹ 1 ਮਹੀਨੇ ਦੇ ਦਿੱਤੇ ਜਾਣੇ। 3 ਮਹੀਨੇ ਦਾ ਰਾਸ਼ਨ ਇਕੱਠਾ ਦੇ ਰਹੇ ਹੈ। 30 ਕਿਲੋ ਕਣਕ ਹੋਏਗੀ ਇੱਕ ਬੰਦੇ ਨੂੰ, ਇੱਕ ਮੈਂਬਰ ਨੂੰ, ਘਰ ਦੇ ਨੂੰ ਜਿੰਨੇ ਮੈਂਬਰ ਆ ਉਹਨੇ ਆਟਾ ਮਿਲੇਗਾ ਉਹਨਾਂ ਨੂੰ। ਨਾਲ ਉਹਨਾਂ ਨੂੰ ਦਾਲ ਵੀ ਦਿੱਤੀ ਜਾਏਗੀ। ਇਹ 1 ਤਰੀਕ ਤੋਂ ਦਿੱਤੀ ਜਾਏਗੀ। ਤੇ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਗਰੀਬ ਲੋਕ ਦਿਹਾੜੀਦਾਰ ਹੈ, ਸਲਮ ਏਰੀਆ 'ਚ ਰਹਿੰਦੇ, ਉਹਨਾਂ ਵਾਸਤੇ ਖਾਸ ਇੰਤਜ਼ਾਮ ਮੁੱਖ ਮੰਤਰੀ ਜੀ ਵੱਲੋਂ ਕੀਤਾ ਗਿਆ ਕਿ 10 ਕਿਲੋ ਆਟਾ, 2 ਕਿਲੋ ਉਹਨਾਂ ਨੂੰ ਚੀਨੀ ਵੀ ਅਸੀਂ ਕੱਲ ਤੋਂ ਮੁਹੱਈਆ ਕਰਾ ਰਹੇ ਹਾਂ। ਇਹਨਾਂ ਦੇ ਪੈਕਟ ਉਹਨਾਂ ਦੇ ਘਰ ਘਰ ਪਹੁੰਚਾਏ ਜਾਣਗੇ। ਰੋਪੜ ਜ਼ਿਲ੍ਹੇ ਵਿੱਚ ਲਾਕਡਾਊਨ ਮੁਕੰਮਲ ਤੌਰ ਤੇ ਜਾਰੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ ਕੋਈ ਵੀ ਕੋਰੋਨਾ ਦਾ ਮਰੀਜ਼ ਨਹੀਂ ਹੈ ਅਤੇ ਜਿਨ੍ਹਾਂ ਹਜ਼ਾਰਾਂ ਸ਼ੱਕੀ ਮਰੀਜ਼ਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਉਹ ਸਾਰੇ ਹੀ ਨੈਗੇਟਿਵ ਪਾਏ ਗਏ ਨੇ। ਪ੍ਰਸ਼ਾਸਨ ਨੇ ਜ਼ਰੂਰੀ ਵਸਤਾਂ ਲੋਕਾਂ ਤੱਕ ਪਹੁੰਚਾਉਣ ਲਈ ਭਾਵੇਂ ਢੁਕਵੇਂ ਪ੍ਰਬੰਧ ਕੀਤੇ ਨੇ, ਪਰ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਦੇ ਵਿੱਚ ਫਲਾਂ ਦਾ ਅੱਗੇ ਨਾਲੋਂ ਜਿੱਦਾਂ ਆਮ ਜੇ ਆਪਾਂ ਅੰਗੂਰ ਕਹੀਏ, ਜੇ ਅੰਗੂਰ ਅੱਗੇ 80 ਰੁਪਏ ਮਿਲ ਰਿਹਾ ਸੀ ਤਾਂ ਅੱਜ ਜਿਹੜਾ ਅੰਗੂਰ ਹੈ ਉਹ 160 ਰੁਪਏ ਵਿਕਿਆ। ਉਹ ਮੰਗ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਇਹੀ ਹੈ ਵੀ ਇਹਨਾਂ ਦੇ ਜਿਹੜੇ ਰੇਟ ਹੈ ਉਹ ਵੀ ਨਿਰਧਾਰਿਤ ਕੀਤੇ ਜਾਣ, ਜਾਂ ਫਿਰ ਆਪਣੇ ਖੁਦ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਜਾਂ ਉਹਨਾਂ ਦੇ ਨਾਲ ਜਿਹੜੇ ਕਰਮਚਾਰੀ ਕੰਮ ਕਰੇ ਉਹਨਾਂ ਦੀ ਡਿਊਟੀਆਂ ਲਾਈਆਂ ਜਾਣ ਕਿ ਕੀ ਰੇਟ ਮੰਡੀ ਚੋਂ ਨਿਕਲਿਆ ਤੇ ਕੀ ਵਾਕਈ ਹੈ। ਜੇ ਕੋਈ 60 ਵਾਲੀ ਚੀਜ਼ ਮਿਲੀ ਉਹ 120 ਨੂੰ ਵੇਚ ਰਹੇ ਹੈ ਤਾਂ ਇਹਨਾਂ ਤੇ ਜਿਹੜੇ ਵੇਚ ਰਹੇ ਹੈ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ। ਸਬਜ਼ੀਆਂ ਦੇ ਰੇਟ ਵੈਸੇ ਤਾਂ ਠੀਕ ਹੀ ਲਾ ਰਹੇ ਆ ਜੀ, ਫਿਰ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਈ ਬੰਦੇ ਵਿੱਚ ਮੈਂ ਜ਼ਿਆਦਾ ਵੇਚ ਰਹੇ ਆ, ਉਹਨਾਂ ਤੇ ਕੰਟਰੋਲ ਕੀਤਾ ਜਾਵੇ। ਔਰ ਹੁਣ ਤੱਕ ਕਿਸੇ ਦੇ ਘਰ ਕੋਈ ਸਮਾਨ ਨਹੀਂ ਪਹੁੰਚ ਰਿਹਾ। ਇਹਨਾਂ ਨੇ ਜਿੰਨੇ ਵੀ ਹੈਲਪ ਨੰਬਰ ਦਿੱਤੇ ਹੈ ਕੋਈ ਕਿਸੇ ਤੇ ਸਮਾਨ ਨਹੀਂ, ਦਵਾਈ ਨਹੀਂ ਪਹੁੰਚ ਰਹੀ, ਕੁਝ ਨਹੀਂ ਪਹੁੰਚ ਰਹੀ। ਬਸ ਪ੍ਰਸ਼ਾਸਨ ਨੂੰ ਇਹੀ ਮੰਗ ਕੀਤੀ ਜਾਂਦੀ ਹੈ ਵੀ ਸਾਰਿਆਂ ਦੇ ਜੋ ਸਮਾਨ ਜ਼ਰੂਰੀ ਵਸਤੂ ਹੈ ਉਹ ਪਹੁੰਚਾਈ ਜਾਵੇ। ਔਰ ਇਹਨਾਂ ਲੋਕਾਂ ਨੂੰ ਵੀ ਹਦਾਇਤ ਦਿੱਤੀ ਜਾਂਦੀ ਹੈ, ਬੇਨਤੀ ਕੀਤੀ ਜਾਂਦੀ ਹੈ ਆਪਣੇ ਘਰਾਂ 'ਚ ਰਹਿਣ, ਪ੍ਰਸ਼ਾਸਨ ਦੀ ਹੈਲਪ ਕਰ। ਅਸੀਂ ਪੰਜਾਬ ਪੁਲਿਸ ਦੀ ਤਾਰੀਫ ਕਰਦੇ ਹਾਂ ਜੋ ਗਰੀਬਾਂ ਤੱਕ ਸਾਰਿਆਂ ਨੂੰ ਖਾਣਾ ਪਹੁੰਚਾ ਰਹੀ ਹੈ। ਦੇਖੋ ਜੀ, ਸਬਜ਼ੀਆਂ ਦੇ ਰੇਟ ਦੇ ਵਿੱਚ ਨਹੀਂ ਕੋਈ ਐਡਾ ਫਰਕ ਆਇਆ ਹੈਗਾ। 5-10 ਰੁਪਏ ਦਾ ਕੋਈ ਗੱਲ ਨਹੀਂ, ਲੋਕ ਇੰਨਾ ਕੁ ਤਾਂ ਅਫੋਰਡੇਬਲ ਹੈਗੇ ਨੇ। ਲੇਕਿਨ ਜਿਹੜਾ ਫਰੂਟ ਹੈ, ਫਰੂਟ ਵਾਲਾ ਕੰਮ ਜਿਹੜਾ ਬੜਾ ਜ਼ਬਰਦਸਤ ਉਸ ਸਾਲ ਦੇਖਿਆ ਜਾ ਰਿਹਾ। ਮੈਂ ਵੀ ਲੈਣ ਆਇਆ ਸੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਰਤਾਂ ਦੇ ਦਿਨ ਨੇ, ਲੋਕਾਂ ਨੂੰ ਫਰੂਟ ਦਾ ਜ਼ਿਆਦਾ ਜਿਹੜੀ ਮਹੱਤਤਾ ਹੈਗੀ ਹੈ, ਲੋਕ ਫਾਸਟਿੰਗ ਹੈਗੇ ਹੈ ਤੇ ਫਰੂਟ ਚਾਹੀਦਾ। ਲੇਕਿਨ ਜਿਹੜਾ ਫਰੂਟ ਆ ਉਹ ਬਹੁਤ ਜ਼ਿਆਦਾ ਰੇਟ ਲੱਗ ਰਿਹਾ। 100 ਰੁਪਏ ਕਿਲੋ ਜਿਹੜਾ ਸੰਤਰਾ ਦੱਸ ਰਹੇ ਆ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਕੀਤੇ ਗਏ 21 ਦਿਨਾਂ ਦੇ ਲਾਕਡਾਊਨ ਦੌਰਾਨ ਜਿੱਥੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ, ਉੱਥੇ ਹੀ ਲੋਕਾਂ ਦੀ ਮਦਦ ਲਈ ਗੁਰਦਾਸਪੁਰ ਵਿੱਚ BSF ਦੇ ਜਵਾਨਾਂ ਨੇ ਡਿਊਟੀ ਦੇ ਰਹੇ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਦਾ ਮੈਡੀਕਲ ਚੈੱਕਅਪ ਕਰਨਾ ਅਤੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਮਾਸਕ ਵੰਡਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦੇਸ਼ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। BSF ਦੇ ਸਹਾਇਕ ਕਮਾਂਡੈਂਟ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ BSF ਦੇ ਜਵਾਨ ਆਪਣੀ ਮੈਡੀਕਲ ਟੀਮ ਨਾਲ ਸ਼ਹਿਰ ਵਿੱਚ ਡਿਊਟੀ ਤੇ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਚੈੱਕਅਪ ਕਰ ਰਹੇ ਨੇ ਤੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੀ ਮੁਹੱਈਆ ਕਰਵਾ ਰਹੇ ਨੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿ ਕੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਪ੍ਰਸ਼ਾਸਨ ਦੀ ਮਦਦ ਕਰਨ। ਅੱਜ BSF ਵਾਲਿਆਂ ਨੇ ਸਾਨੂੰ ਆਪਣਾ ਵਲੰਟੀਅਰਲੀ ਕਿਹਾ ਸੀਗਾ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਤੁਹਾਡੇ ਨਾਕਿਆਂ ਤੇ ਡਿਊਟੀ ਕਰ ਰਹੇ, ਦੂਜਾ ਕਰ ਰਹੇ, ਜਿਹੜੇ ਕਿ ਸਭ ਤੋਂ ਜ਼ਿਆਦਾ ਵਲਨਰੇਬਲ ਹੈ ਤੇ ਉਹਨਾਂ ਦਾ ਜਿਹੜਾ ਮੈਡੀਕਲ ਚੈੱਕਅਪ ਜ਼ਰੂਰੀ ਹੈ ਤੇ ਇਹਨਾਂ ਨੇ ਆਪ ਸਾਨੂੰ ਕਿਹਾ ਸੀ ਵੀ ਅਸੀਂ ਉਹ ਚੈੱਕਅਪ ਕਰਨਾ ਚਾਹੁੰਦੇ ਹਾਂ। ਤੇ ਅਸੀਂ ਜਿਹਨਾਂ ਦੀ ਮੈਡੀਕਲ ਟੀਮ ਆਈ ਹੈ, ਆਪਣੇ ਜਿਹੜੇ ਸਾਡੇ ਨਾਕਿਆਂ ਤੇ ਡਿਊਟੀ ਕਰ ਰਹੇ ਮੁਲਾਜ਼ਮ, ਉਹਨਾਂ ਦਾ ਅਸੀਂ ਮੈਡੀਕਲ ਚੈੱਕਅਪ ਕਰਾ ਰਹੇ ਹਾਂ ਇਹਨਾਂ ਦੇ ਕੋਲੋਂ। ਔਰ ਇੱਕ ਇਹਨਾਂ ਨੇ ਥੋੜਾ ਰਿਫਰੈਸ਼ਮੈਂਟ ਕਹਿੰਦੇ ਸੀ, ਅਸੀਂ ਚਾਹੁੰਦੇ ਹਾਂ ਵੀ ਅਸੀਂ ਜਿਹੜੇ ਪੁਲਿਸ ਮੁਲਾਜ਼ਮਾਂ ਦਾ ਜਸਟ ਹੌਸਲਾ ਅਫਜ਼ਾਈ ਵਜੋਂ ਜਿਹੜੀ ਰਿਫਰੈਸ਼ਮੈਂਟ ਅਸੀਂ ਦੇਣਾ ਚਾਹੁੰਦੇ ਹਾਂ, ਉਹਨਾਂ ਰਿਫਰੈਸ਼ਮੈਂਟ ਪਲੱਸ ਮੈਡੀਕਲ ਏਡ ਜ਼ਰੂਰੀ ਦਵਾਈਆਂ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਨੇ ਸਾਨੂੰ। ਮਹਾਨਗਰ ਲੁਧਿਆਣਾ ਵਿੱਚ ਵੀ 5 ਦਿਨਾਂ ਦੇ ਕਰਫਿਊ ਦੇ ਮੱਦੇਨਜ਼ਰ ਲੋਕਾਂ ਤੱਕ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਤੇ ਹੋਰ ਜ਼ਰੂਰੀ ਸਮਾਨ ਪਹੁੰਚਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਸ਼ਹਿਰ ਵਿੱਚ ਦੁੱਧ, ਕੱਚਾ ਰਾਸ਼ਨ ਅਤੇ ਦਵਾਈਆਂ ਘਰੋਂ ਘਰ ਹੀ ਪਹੁੰਚਾਉਣ ਤੋਂ ਇਲਾਵਾ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰ ਭੋਜਨ ਵੀ ਵੰਡਿਆ ਜਾ ਰਿਹਾ ਹੈ। ਇਸ ਸਾਰੇ ਕੰਮ ਦੀ ਨਿਗਰਾਨੀ ਲੁਧਿਆਣਾ ਵਿੱਚ ਮੌਜੂਦ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕਰ ਰਹੇ ਨੇ। ਪ੍ਰਸ਼ਾਸਨ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਪਾਏ ਗਏ ਸੁਨੇਹਿਆਂ ਦੇ ਆਧਾਰ ਤੇ ਵੀ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਕੋਲ ਲੋੜੀਂਦੀ ਮਾਤਰਾ ਵਿੱਚ ਰਾਸ਼ਨ ਅਤੇ ਖਾਣ ਪੀਣ ਦਾ ਸਮਾਨ ਮੌਜੂਦ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਹੀਂ ਆਉਣਾ ਚਾਹੀਦਾ।
ਪੰਜਾਬ ਵਿੱਚ ਪਿਛਲੇ 5 ਦਿਨਾਂ ਤੋਂ ਕਰਫਿਊ ਲੱਗਿਆ ਹੋਇਆ ਹੈ ਤੇ ਪ੍ਰਸ਼ਾਸਨ ਲੋਕਾਂ ਤੱਕ ਖਾਣ ਪੀਣ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਕੰਮ ਵਿੱਚ ਕਈ ਸਵੈ ਸੇਵੀ ਸੰਸਥਾਵਾਂ ਦਾ ਸਹਿਯੋਗ ਦੇ ਰਹੀਆਂ ਨੇ, ਪਰ ਇਸ ਸਾਰੇ ਅਮਲ ਵਿੱਚ ਫਿਰ ਵੀ ਕੁਝ ਅਜਿਹੇ ਲੋਕ ਰਹਿ ਜਾਂਦੇ ਨੇ ਜਿਨ੍ਹਾਂ ਤੱਕ ਇਹ ਸਮਾਨ ਨਹੀਂ ਪਹੁੰਚ ਪਾਉਂਦਾ। ਮੋਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੇ ਬੂਹਿਆਂ ਤੱਕ ਸਬਜ਼ੀਆਂ, ਦੁੱਧ, ਰਾਸ਼ਨ ਅਤੇ ਦਵਾਈਆਂ ਪਹੁੰਚਾਈਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਜ਼ੀਰਾ ਰੋਡ ਬਾਈਪਾਸ, ਸਾਦਾਂ ਵਾਲੀ ਬਸਤੀ ਅਤੇ ਹੋਰ ਸਲਮ ਇਲਾਕਿਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੇ ਨਾਲ-ਨਾਲ ਤਿਆਰ ਭੋਜਨ ਮੁਹੱਈਆ ਕਰਵਾਇਆ ਗਿਆ, ਜਿਸ ਵਿੱਚ ਪੁਲਿਸ ਅਧਿਕਾਰੀਆਂ ਨੇ ਖੁਦ ਕਮਾਨ ਸੰਭਾਲੀ। ਪਰ ਮੋਗਾ ਦੇ ਕੁਝ ਝੁੱਗੀ ਝੌਂਪੜੀ ਵਾਲੇ ਇਲਾਕੇ ਅਜਿਹੇ ਨੇ ਜਿੱਥੇ ਲੋਕਾਂ ਤੱਕ ਖਾਣ ਪੀਣ ਦਾ ਸਮਾਨ ਨਹੀਂ ਪਹੁੰਚ ਸਕਿਆ ਤੇ ਉਹ ਬੇਬਸ ਨਜ਼ਰ ਆਏ। ਇਨ੍ਹਾਂ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰਫਿਊ ਸਮੇਂ ਦੌਰਾਨ ਉਹਨਾਂ ਤੱਕ ਵੀ ਖਾਣਾ ਪਹੁੰਚਾਇਆ ਜਾਵੇ ਅਤੇ ਉਹਨਾਂ ਦੇ ਬੱਚਿਆਂ ਨੂੰ ਭੁੱਖੇ ਨਾ ਸੌਣਾ ਪਵੇ। यहाँ मंडी में हम सरकार हमको ना राशन मिलता है ना पानी मिलता है, हम भूखन मरते हैं। आज 5-6 दिन से भूखन मरते हैं। जब से लगा हुआ है तब से काम करने नहीं पाते, तो भूखन मरते हैं बेचारे। बच्चे को क्या खवा दे क्या। बाबूजी हमारे बच्चे 4 दिन से भूखन मरते हैं, खाना पानी नहीं, दाना पानी हमारे पास दाना पानी नहीं बाबूजी, बच्चे हमारे भूखन मरते हैं। क्योंकि हमारे बच्चे ऐसे हैं कि वो कुछ के लिए बोल रहे हैं कि खाना दो, खाना कहाँ से ले आए। हम लोग जाते हैं तो बाजार में तरफ तो बाजार दुकानें तो खुली नहीं हैगी हैं, और जाते हैं तो डंडे मारती है पुलिस वाले। अब बताओ, आप ही बताओ क्या करें हम लोग। इसलिए हमारी सहायता है, विनती है कि हमारे घर पे खाना भेजिए, कुछ में कुछ सहायता कीजिए जी। ਇਸ ਦੌਰਾਨ ਮੋਗਾ ਪ੍ਰਸ਼ਾਸਨ ਨੇ ਸ਼ਹਿਰ ਦੀਆਂ 4 ਹੋਰ ਕਰਿਆਨੇ ਦੀਆਂ ਦੁਕਾਨਾਂ ਨੂੰ ਘਰਾਂ ਵਿੱਚ ਹੋਮ ਡਿਲੀਵਰੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਹ ਦੁਕਾਨਾਂ ਸਵੇਰੇ 4 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਦੁਕਾਨ ਦੇ ਮਾਲਕ ਤੋਂ ਇਲਾਵਾ 2 ਡਿਲੀਵਰੀ ਬੁਆਏ ਇੱਥੇ ਮੌਜੂਦ ਰਹਿਣਗੇ, ਜੋ ਫੋਨ ਤੇ ਪ੍ਰਾਪਤ ਹੋਏ ਆਰਡਰ ਮੁਤਾਬਕ ਲੋਕਾਂ ਦੇ ਘਰ ਹੀ ਰਾਸ਼ਨ ਦਾ ਸਮਾਨ ਪਹੁੰਚਦਾ ਕਰਨਗੇ। ਇਸੇ ਤਰ੍ਹਾਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪੈਂਦੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਗਏ ਨੇ। ਦਵਾਈ ਵਿਕਰੇਤਾ ਆਪ ਦੁਕਾਨਾਂ ਤੇ ਬੈਠਣਗੇ ਅਤੇ ਆਪਣੇ ਨਾਲ 1 ਜਾਂ 2 ਡਿਲੀਵਰੀ ਬੁਆਏ ਰੱਖਣ, ਜੋ ਫੋਨ ਤੇ ਪ੍ਰਾਪਤ ਆਰਡਰ ਅਨੁਸਾਰ ਦਵਾਈਆਂ ਘਰ-ਘਰ ਪਹੁੰਚਦੀਆਂ ਕਰਨਗੇ। ਸਰਕਾਰ ਦਾ ਧੰਨਵਾਦ ਹੈ ਜੀ, ਸਾਨੂੰ ਰਾਸ਼ਨ ਮਿਲ ਗਿਆ ਜੀ, ਸਾਡੇ ਬੱਚੇ ਭੁੱਖੇ ਮਰ ਗਏ। 4 ਦਿਨ ਹੋ ਗਿਆ ਸਾਡੇ ਘਰੇ ਰਾਸ਼ਨ ਹੈ ਨਹੀਂ ਸੀਗਾ, ਤੇ ਅਸੀਂ ਅੱਜ ਫੋਨ ਕੀਤਾ ਤੇ ਸਾਡੇ ਘਰੇ ਰਾਸ਼ਨ ਪੂਰਾ ਆ ਗਿਆ ਤੇ ਹੁਣ ਸਾਨੂੰ ਰਾਸ਼ਨ ਸਾਰਾ ਮਿਲ ਗਿਆ। ਸਾਨੂੰ ਕੱਲ ਸਬਜ਼ੀਆਂ ਤਾਂ ਮਿਲ ਗਈਆਂ ਸੀ, ਅੱਜ ਸਾਨੂੰ ਫਰੂਟ ਵੀ ਮਿਲ ਗਿਆ। ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਸਮੇਂ ਸਿਰ ਉਹ ਚੀਜ਼ ਪਹੁੰਚਾ ਰਹੇ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਦੇਸ਼ ਵਿਆਪੀ ਲਾਕਡਾਊਨ ਦੌਰਾਨ ਲੋਕਾਂ ਦੀ ਮੰਗ ਤੇ ਭਲਕੇ ਸ਼ਨੀਵਾਰ ਤੋਂ ਰਾਮਾਇਣ ਸੀਰੀਅਲ ਦਾ ਦੂਰਦਰਸ਼ਨ ਤੋਂ ਮੁੜ ਪ੍ਰਸਾਰਣ ਸ਼ੁਰੂ ਕੀਤਾ ਜਾਵੇਗਾ। ਇਸ ਤੋਂ 2 ਦਿਨ ਪਹਿਲਾਂ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀ ਸ਼ੇਖਰ ਨੇ ਕਿਹਾ ਸੀ ਕਿ ਲਾਕਡਾਊਨ ਦੌਰਾਨ ਰਾਮਾਇਣ ਅਤੇ ਮਹਾਭਾਰਤ ਦੇ ਸੀਰੀਅਲਾਂ ਨੂੰ ਦੂਰਦਰਸ਼ਨ ਤੋਂ ਪ੍ਰਸਾਰਿਤ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੇ ਲਾਕਡਾਊਨ ਦੌਰਾਨ ਰਾਮਾਇਣ ਅਤੇ ਮਹਾਭਾਰਤ ਦੇ ਸੀਰੀਅਲਾਂ ਦਾ ਮੁੜ ਤੋਂ ਪ੍ਰਸਾਰਣ ਕੀਤੇ ਜਾਣ ਦੀ ਮੰਗ ਕੀਤੀ ਸੀ। ਜਾਵੜੇਕਰ ਨੇ ਅੱਜ ਟਵੀਟ ਕਰਕੇ ਕਿਹਾ ਕਿ ਕੱਲ੍ਹ 28 ਮਾਰਚ ਤੋਂ ਡੀਡੀ ਨੈਸ਼ਨਲ ਤੇ ਰਾਮਾਇਣ ਸੀਰੀਅਲ ਦਾ ਪ੍ਰਸਾਰਣ ਸਵੇਰੇ 9 ਤੋਂ 10 ਵਜੇ ਅਤੇ ਰਾਤ 9 ਤੋਂ 10 ਵਜੇ ਤੱਕ ਕੀਤਾ ਜਾਵੇਗਾ। ਸ਼ਸ਼ੀ ਸ਼ੇਖਰ ਨੇ ਇਹਨਾਂ ਸੀਰੀਅਲਾਂ ਦੇ ਪ੍ਰਸਾਰਣ ਦੀ ਇਜਾਜ਼ਤ ਦਿੱਤੇ ਜਾਣ ਤੇ ਜਾਵੜੇਕਰ ਅਤੇ ਰਾਮਾਇਣ ਸੀਰੀਅਲ ਦੇ ਨਿਰਮਾਤਾ ਪਰਿਵਾਰ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਦੂਰਦਰਸ਼ਨ ਦੇ ਸਮਰਪਿਤ ਅਧਿਕਾਰੀਆਂ ਦੀ ਟੀਮ ਨੇ ਆਪਣੇ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਇਹਨਾਂ ਸੀਰੀਅਲਾਂ ਨੂੰ ਦੂਰਦਰਸ਼ਨ ਤੋਂ ਪ੍ਰਸਾਰਿਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ। ਭਗਵਾਨ ਰਾਮ ਦੀ ਜੀਵਨ ਲੀਲਾ ਤੇ ਤਿਆਰ ਕੀਤੇ ਗਏ ਰਾਮਾਇਣ ਸੀਰੀਅਲ ਨੂੰ ਪਹਿਲੀ ਵਾਰ 1987 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਪਾਕਿਸਤਾਨੀ ਫੌਜ ਨੇ ਕੱਲ੍ਹ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ। ਇੱਕ ਰੱਖਿਆ ਬੁਲਾਰੇ ਨੇ ਜੰਮੂ ਵਿੱਚ ਦੱਸਿਆ ਕਿ ਪਾਕਿਸਤਾਨੀ ਫੌਜ ਵੱਲੋਂ ਕੱਲ੍ਹ ਰਾਤ ਤੋਂ ਸ਼ੁਰੂ ਕੀਤੀ ਗਈ ਗੋਲੀਬਾਰੀ ਅੱਜ ਸਵੇਰ ਤੱਕ ਜਾਰੀ ਰਹੀ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਤੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜ਼ਿਲ੍ਹੇ ਦੇ ਮੇਂਦਰ ਸੈਕਟਰ ਵਿੱਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ। ਬੁਲਾਰੇ ਨੇ ਕਿਹਾ ਕਿ ਭਾਰਤੀ ਫੌਜ ਨੇ ਵੀ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਉਹਨਾਂ ਕਿਹਾ ਕਿ ਪੁੰਛ ਦੇ ਦੇਗਵਾਰ ਸੈਕਟਰ ਵਿੱਚ ਕੱਲ੍ਹ ਰਾਤ ਨੂੰ ਤਕਰੀਬਨ ਪੌਣੇ 12 ਵਜੇ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਗੋਲੀਬਾਰੀ ਅੱਜ ਸਵੇਰ ਤੱਕ ਜਾਰੀ ਰਹੀ। ਇਸ ਦੌਰਾਨ ਪਾਕਿਸਤਾਨੀ ਰੇਂਜਰਾਂ ਨੇ ਕੌਮਾਂਤਰੀ ਸਰਹੱਦ ਨੇੜੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿੱਚ ਵੀ ਗੋਲੀਬਾਰੀ ਕੀਤੀ। ਬੁਲਾਰੇ ਨੇ ਦੱਸਿਆ ਕਿ ਇਸ ਵਰੇ 1 ਜਨਵਰੀ ਤੋਂ 23 ਫਰਵਰੀ ਤੱਕ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੇ 646 ਮਾਮਲੇ ਹੋਏ ਨੇ, ਜਦਕਿ ਪਿਛਲੇ ਵਰੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੇ 3200 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।